ਵੈਲਕਮ ਟੂ ਨਰਸ ਪ੍ਰੋ, ਦਿਸ ਇਜ਼ ਨਵਜੀਤ। ਜੇ ਤੁਹਾਨੂੰ ਕੇਸ ਸਟੱਡੀਜ਼ ਤੋਂ ਬਹੁਤ ਜ਼ਿਆਦਾ ਡਰ ਲੱਗਦਾ, ਤੁਹਾਨੂੰ ਬਿਲਕੁਲ ਨਹੀਂ ਸਮਝ ਆਉਂਦਾ ਕਿ ਕੇਸ ਸਟੱਡੀ ਨੂੰ ਸੋਲਵ ਆਊਟ ਕਿੱਦਾਂ ਕਰਨਾ, then make sure to save this video because this will help you. So make sure ਸਾਰਾ ਕੁਝ ਤੁਸੀਂ step by step follow ਕਰੋ because this video will change the way you practice case studies. So the first step is case study ਦੇ ਵਿੱਚ ਜਿੰਨੀ ਵੀ ਹਿਸਟਰੀ ਦਿੱਤੀ ਹੁੰਦੀ ਹੈ, health history, medical history, past history, physical examination, vital signs, medications, lab values, ਸਾਰੀਆਂ ਚੀਜ਼ਾਂ ਤੁਸੀਂ ਚੰਗੀ ਤਰ੍ਹਾਂ ਪੜ੍ਹਨੀਆਂ ਨੇ। ਜਿਹੜੀਆਂ ਚੀਜ਼ਾਂ ਐਬਨੋਰਮਲ ਨੇ ਉਹਨਾਂ ਨੂੰ ਤੁਸੀਂ ਆਪਣੇ ਨਾਲ ਜਿਹੜਾ ਤੁਹਾਨੂੰ ਕਾਰਡਬੋਰਡ ਮਿਲਦਾ ਉਹਦੇ ਉੱਤੇ ਲਿਖ ਲੈਣਾ। ਹੈਡ ਟੂ ਟੋ ਅਸੈਸਮੈਂਟ, ਲੈਬ ਵੈਲਿਊਜ਼, ਵਾਈਟਲ ਸਾਈਨਸ। ਸੋ ਜਦੋਂ ਤੁਹਾਡੇ ਕੋਲ ਇੱਕ ਲਿਸਟ ਤਿਆਰ ਹੋ ਜਾਂਦੀ ਆ, ਸੋ ਉਹਦੇ ਵਿੱਚੋਂ ਤੁਸੀਂ ਆਪਣੀਆਂ ਪ੍ਰਾਇੋਰਟੀਜ਼ ਦੇਖਣੀਆਂ ਨੇ। ਸੋ ਪ੍ਰਾਇੋਰਟੀਜ਼ ਤੁਸੀਂ ਹੁਣ ਕਿੱਦਾਂ ਦੇਖੋਗੇ? ਲੈਟਸ ਸੇ ਉਹਦੀ ਕੋਈ ਪਾਸਟ ਮੈਡੀਕਲ ਹਿਸਟਰੀ ਆ। ਸੋ ਪੇਸ਼ੈਂਟ ਹੈਵ ਹਾਈਪਰਟੈਂਸ਼ਨ, ਪੇਸ਼ੈਂਟ ਹੈਵ ਡਾਇਬਟੀਜ਼ mellitus type 2। ਸੋ ਉਹਦੇ ਨਾਲ ਜਿਹੜੇ ਰਿਲੇਟਡ ਸਾਈਨ ਐਂਡ ਸਿੰਪਟਮਸ ਨੇ, ਸੋ ਹਾਈਪਰਟੈਂਸ਼ਨ ਦੇ ਨਾਲ ਰਿਲੇਟਡ ਸਾਈਨ ਐਂਡ ਸਿੰਪਟਮ ਹੋਏਗਾ, ਉਹਦਾ ਬਲੱਡ ਪ੍ਰੈਸ਼ਰ ਵਿਲ ਬੀ ਲਿਟਲ ਬਿਟ ਔਨ ਦਾ ਹਾਇਰ ਸਾਈਡ। ਸੋ ਤੁਸੀਂ ਉਹ ਅਵੋਇਡ ਕਰਨਾ ਬਿਲਕੁਲ ਹੀ, ਕਿਉਂਕਿ ਜਿਹਨੂੰ ਹਾਈਪਰਟੈਂਸ਼ਨ ਹੈ, ਵਟ ਡੂ ਯੂ ਐਕਸਪੈਕਟ ਕਿ ਉਹਦਾ ਬਲੱਡ ਪ੍ਰੈਸ਼ਰ ਨਾਰਮਲ ਹੋਵੇ? ਨੋ, ਇਟ ਵਿਲ ਬੀ ਲਿਟਲ ਔਨ ਦਾ ਹਾਇਰ ਸਾਈਡ। ਨਾਓ ਦੂਸਰੀ ਚੀਜ਼, ਡਾਇਬਟੀਜ਼ mellitus। ਵਟ ਡੂ ਯੂ ਐਕਸਪੈਕਟ ਫਰਮ ਅ ਪੇਸ਼ੈਂਟ ਹੂ ਹੈਵ ਡਾਇਬਟੀਜ਼ mellitus type 2? ਉਹਦੀ ਜਿਹੜੀ ਬਲੱਡ ਸ਼ੂਗਰ ਲੈਵਲ ਆ, ਇਟ ਵਿਲ ਬੀ ਲਿਟਲ ਬਿਟ ਔਨ ਦਾ ਹਾਇਰ ਸਾਈਡ। ਸੋ ਉਹ ਚੀਜ਼ ਐਬਨੋਰਮਲ ਨਹੀਂ ਹੈਗੀ, ਬਿਕਾਜ਼ ਤੁਸੀਂ ਵਾਚ ਇਹ ਕਰਨਾ ਕਿ ਅੱਜ ਤੁਹਾਡਾ ਪੇਸ਼ੈਂਟ ਕਿਹੜੀ ਕੰਡੀਸ਼ਨ ਲੈ ਕੇ ਤੁਹਾਡੇ ਕੋਲ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਆਏ। ਸੋ ਕੇਸ ਸਟੱਡੀਜ਼ ਦੇ ਵਿੱਚ ਥੋੜਾ ਜਿਹਾ ਆਪੋਜ਼ਿਟ ਹੁੰਦਾ। ਜਿਹੜੇ ਸਾਈਨ ਐਂਡ ਸਿੰਪਟਮਸ ਨੂੰ ਤੁਸੀਂ ਬਿਲਕੁਲ ਵੀ ਅਟੈਂਸ਼ਨ ਪੇ ਨਹੀਂ ਕਰਦੇ, ਯੂਜੂਅਲੀ ਉਹ ਵਾਲੇ ਸਾਈਨ ਐਂਡ ਸਿੰਪਟਮਸ ਜਿਹੜੇ ਹੁੰਦੇ ਨੇ ਉਹ ਅਟੈਂਸ਼ਨ ਪੇ ਕਰਨ ਵਾਲੇ ਹੁੰਦੇ ਨੇ। ਐਂਡ ਵਟ ਡੂ ਆਈ ਮੀਨ ਫਰਮ ਦੈਟ? ਸੋ ਸੇਮ ਪੇਸ਼ੈਂਟ ਦੀ ਹੀ ਗੱਲ ਕਰਦੇ ਆ। ਜੇ ਇਹ ਵਾਲਾ ਪੇਸ਼ੈਂਟ ਤੁਹਾਡੇ ਕੋਲ ਨੋਜ਼ੀਆ, ਵੋਮਿਟਿੰਗ ਦੇ ਨਾਲ ਆਉਂਦਾ, ਡਾਇਰੀਆ ਦੇ ਨਾਲ ਆਉਂਦਾ, ਐਬਡੋਮੀਨਲ ਪੇਨ ਦੇ ਨਾਲ ਆਉਂਦਾ, ਦੈਨ ਦੈਟ ਮੀਨਸ ਤੁਹਾਡੇ ਪੇਸ਼ੈਂਟ ਨੂੰ ਤੁਸੀਂ ਦੇਖੋ ਕਿ ਉਹਦੀਆਂ ਜਿਹੜੀਆਂ ਪਾਸਟ ਮੈਡੀਕਲ ਹਿਸਟਰੀ ਦੇ ਵਿੱਚ ਉਹਨੂੰ ਪ੍ਰੋਬਲਮਸ ਨੇ, ਮੇਬੀ ਉਹਨਾਂ ਦੀ ਕੋਈ ਕੰਪਲਿਕੇਸ਼ਨ ਹੋ ਰਹੀ ਆ। ਸੋ ਤੁਹਾਡੇ ਪੇਸ਼ੈਂਟ ਨੂੰ ਹੈਗਾ ਡਾਇਬਟੀਜ਼ mellitus, ਹੋ ਸਕਦਾ ਉਹਨੂੰ HHNS ਹੋ ਰਿਹਾ ਹੋਵੇ। ਤੁਹਾਡੇ ਪੇਸ਼ੈਂਟ ਨੂੰ ਹੈਗੀ ਆ ਹਾਈਪਰਟੈਂਸ਼ਨ, ਮੇਬੀ ਤੁਹਾਡੇ ਕੋਲ ਪੇਸ਼ੈਂਟ ਆਇਆ ਹੋਵੇ ਸਟ੍ਰੋਕ ਦੇ ਸਾਈਨ ਐਂਡ ਸਿੰਪਟਮਸ ਵਾਸਤੇ। ਸੋ ਆਲਵੇਜ਼ ਇਹ ਚੀਜ਼ਾਂ ਨੋਟ ਕਰਨੀਆਂ ਨੇ। ਜਿਹੜੇ ਡਾਇਗਨੋਸਿਸ ਦਿੱਤੇ ਹੁੰਦੇ ਨੇ, ਜਿਹੜੀ ਉਹਦੀ ਪਾਸਟ ਮੈਡੀਕਲ ਹਿਸਟਰੀ ਹੁੰਦੀ ਆ, ਉਹਨਾਂ ਚੀਜ਼ਾਂ ਦੀਆਂ ਕੰਪਲਿਕੇਸ਼ਨਸ ਦੇ ਉੱਤੇ ਕੇਸ ਸਟੱਡੀ ਆਉਂਦੀ ਹੈ। ਆਲਵੇਜ਼ ਕੇਸ ਸਟੱਡੀ ਦੇ ਵਿੱਚ ਲੈਬ ਵੈਲਿਊਜ਼ ਦੇਖਣੀਆਂ ਨੇ। ਜੇ ਕਿਤੇ ਤੁਹਾਡੇ ਪੇਸ਼ੈਂਟ ਨੂੰ ਇਲੈਕਟ੍ਰੋਲਾਈਟ ਇੰਬੈਲੈਂਸ ਹੋਇਆ, ਫੋਰ ਐਗਜ਼ਾਮਪਲ ਉਹਦਾ ਪੋਟਾਸੀਅਮ ਹਾਈ ਆ, ਲੋ ਆ, ਉਹਦਾ ਮੈਗਨੀਜ਼ੀਅਮ ਲੋ ਆ, ਉਹਦਾ ਸੋਡੀਅਮ ਲੋ ਆ, ਸੋ ਕੋਈ ਵੀ ਇਲੈਕਟ੍ਰੋਲਾਈਟ ਇੰਬੈਲੈਂਸ ਆ, ਉਹਨੂੰ ਤੁਸੀਂ ਆਲਵੇਜ਼ ਪ੍ਰਾਇੋਰਟੀ ਦੇਣੀ ਆ, ਬਿਕਾਜ਼ ਇਲੈਕਟ੍ਰੋਲਾਈਟ ਐਬਨੋਰਮੈਲਿਟੀਜ਼ ਨੇ ਜਿਹੜੀਆਂ। ਸੋ ਜੇ ਸੋਡੀਅਮ ਇੰਬੈਲੈਂਸ ਹੁੰਦਾ ਤਾਂ ਇਟ ਵਿਲ ਅਫੈਕਟ ਯੂਰ ਪੇਸ਼ੈਂਟਸ ਬ੍ਰੇਨ ਐਂਡ ਇਟ ਕੈਨ ਇੰਡਿਊਸ ਸੀਜਰਸ। ਜੇ ਉਹਨੂੰ ਪੋਟਾਸੀਅਮ ਇੰਬੈਲੈਂਸ ਹੁੰਦਾ ਤਾਂ ਇਟ ਕੈਨ ਇੰਡਿਊਸ ਕਾਰਡੀਅਕ ਡਿਸਰਿਥਮੀਆਸ। ਸੋ ਇਹ ਆਲਵੇਜ਼ ਪ੍ਰਾਇੋਰਟੀ ਬੇਸਡ ਸਿਚੁਏਸ਼ਨਸ ਹੁੰਦੀਆਂ ਨੇ, ਜਿਹਦੇ ਵਿੱਚ ਜੋ ਉਹਦਾ ਇਲੈਕਟ੍ਰੋਲਾਈਟ ਕੋਈ ਵੀ ਲੋਅਰ ਸਾਈਡ ਦੇ ਉੱਤੇ ਆ, ਵੀ ਨੀਡ ਟੂ ਰਿਪਲੇਸ ਦੈਟ ਇਲੈਕਟ੍ਰੋਲਾਈਟ।